Hello everyone, my name is Sarvjit Singh. Now I am teaching in Government Senior Secondary School Chugama Sadpur, Block Trasika District, Amritsar. Today we will discuss very important topic food security in India. So beta जो ਅੱਜ ਦਾ ਲੈਸਨ ਆ ਲੈਸਨ ਨੰਬਰ 4th ਫੂਡ ਸਿਕਿਉਰਿਟੀ ਇਨ ਇੰਡੀਆ ਇਹਦੇ ਬਾਰੇ ਅੱਜ ਆਪਾਂ ਨੇ ਡਿਸਕਸ ਕਰਨਾ ਹੈ। ਸੋ ਸਭ ਤੋਂ ਪਹਿਲਾਂ ਤੁਹਾਨੂੰ ਲੈਸਨ ਦੇ ਨਾਮ ਦੇ ਬਾਰੇ ਪਤਾ ਹੋਣਾ ਚਾਹੀਦਾ। ਫੂਡ ਸਿਕਿਉਰਿਟੀ ਇਨ ਇੰਡੀਆ ਤੋਂ ਕੀ ਮਤਲਬ ਆ। ਇੰਡੀਆ ਦੇ ਵਿੱਚ ਜਿਹੜੀ ਭੋਜਨ ਦੀ ਸੁਰੱਖਿਆ ਸਿਕਿਉਰਿਟੀ ਆ ਉਹਦੇ ਬਾਰੇ ਆਪਾਂ ਨੇ ਦੇਖਣਾ ਵੀ ਕਿਸ ਹੱਦ ਤੱਕ ਹੈਗੀ ਆ ਜਾਂ ਕਿਸ ਟਾਈਮ ਭੋਜਨ ਦੀ ਜਿਹੜੀ ਕਮੀ ਆਉਂਦੀ ਆ ਅਤੇ ਉਹਦੇ ਪਿੱਛੇ ਕੀ ਕਾਰਨ ਨੇ, ਕਿਸ ਕਾਰਨ ਕਰਕੇ ਭੋਜਨ ਦੀ ਜਿਹੜੀ ਕਮੀ ਆ ਜਾਂਦੀ ਆ, ਜਿਹਨੂੰ ਭੁੱਖ ਮਰ ਜਿਸ ਦੇ ਕਾਰਨ ਬਹੁਤ ਸਾਰੇ ਉਹਦੇ ਪਿੱਛੇ ਕਾਰਨ ਹੋ ਸਕਦੇ ਆ, ਜਿਨ੍ਹਾਂ ਦੇ ਬਾਰੇ ਆਪਾਂ ਇਸ ਲੈਸਨ ਦੇ ਵਿੱਚ ਡਿਸਕਸ ਕਰਾਂਗੇ। ਸੋ ਸ਼ੁਰੂ ਕਰਦੇ ਹਾਂ। ਫੂਡ ਸਿਕਿਉਰਿਟੀ ਮੀਨਸ ਅਵੇਲੇਬਿਲਿਟੀ, ਉਹਦੀ ਮੌਜੂਦਤਾ, ਪਹੁੰਚ ਐਂਡ ਅਫੋਰਡੇਬਿਲਿਟੀ। ਜਿਹੜੀ ਸਮਰੱਥਾ ਭੋਜਨ ਦੀ ਉਹ ਸਾਰੇ ਲੋਕਾਂ ਦੇ ਲਈ ਹਰ ਟਾਈਮ ਜਿਹੜੀ ਹੈਗੀ ਆ ਆਲ ਦੀ ਟਾਈਮ ਹੋਣੀ ਚਾਹੀਦੀ ਆ। ਦੀ ਪੂਅਰ ਹਾਊਸਹੋਲਡਸ ਆਰ more vulnerable to food insecurity whenever there is a problem of production or distribution of food crops। ਜ਼ਿਆਦਾਤਰ ਜਿਹੜੇ ਗਰੀਬ ਵਰਗ ਨੇ ਉਹ ਇਸ ਜਿਹੜੀ ਇਨਸਿਕਿਉਰਿਟੀ ਜਿਹੜੀ ਭੋਜਨ ਦੀ ਅਸੁਰੱਖਿਆ ਉਹਦਾ ਸ਼ਿਕਾਰ ਹੁੰਦੇ ਆ। ਉਹ ਕਿਸ ਕਰਕੇ ਹੁੰਦੇ ਆ? ਕੁਝ ਪ੍ਰੋਬਲਮਸ ਹੁੰਦੀਆਂ ਜਾਂ ਤਾਂ ਪ੍ਰੋਡਕਸ਼ਨ ਦੇ ਵਿੱਚ, ਪੈਦਾਵਾਰ ਦੇ ਵਿੱਚ, ਜਾਂ ਫਿਰ ਜਿਹੜੀ ਡਿਸਟਰੀਬਿਊਸ਼ਨ ਜੋ ਵੰਡ ਕੀਤੀ ਜਾਂਦੀ ਹੈ ਭੋਜਨ ਦੀ ਉਹਦੇ ਕਰਕੇ, ਫਸਲਾਂ ਦੀ ਉਹਦੇ ਕਰਕੇ ਇਹ ਪ੍ਰੋਬਲਮ ਕ੍ਰੀਏਟ ਹੁੰਦੀ ਆ। ਫੂਡ ਸਿਕਿਉਰਿਟੀ ਡਿਪੈਂਡ ਔਨ ਦੀ ਪਬਲਿਕ ਡਿਸਟਰੀਬਿਊਸ਼ਨ ਸਿਸਟਮ। ਜਿਹੜੀ ਫੂਡ ਸਿਕਿਉਰਿਟੀ ਆ, ਭੋਜਨ ਸੁਰੱਖਿਆ, ਉਹ ਕਿਹਦੇ ਉੱਤੇ ਨਿਰਭਰ ਕਰਦੀ ਹੈ ਬੇਟਾ? ਜਿਹਨੂੰ ਸ਼ਾਰਟ ਦੇ ਵਿੱਚ PDS ਪਬਲਿਕ ਡਿਸਟਰੀਬਿਊਸ਼ਨ ਸਿਸਟਮ ਦੇ ਉੱਤੇ ਨਿਰਭਰ ਕਰਦੀ ਆ। ਐਂਡ ਗਵਰਨਮੈਂਟ ਵਿਜੀਲੈਂਸ ਐਂਡ ਐਕਸ਼ਨ ਐਟ ਦੀ ਟਾਈਮ ਵੈਨ ਦਿਸ ਸਿਕਿਉਰਿਟੀ ਇਜ਼ ਥ੍ਰੈਟਨਡ। ਤਾਂ ਉਸ ਟਾਈਮ ਦੇ ਉੱਤੇ ਨਿਰਭਰ ਕਰਦੀ ਹੈ ਜਦੋਂ ਜੋ ਗੌਰਮੈਂਟ ਵਿਜੀਲੈਂਸ ਹੈ ਅਤੇ ਐਕਸ਼ਨ ਕਰਦੀ ਹੈ ਉਸ ਟਾਈਮ ਦੇ ਉੱਤੇ ਜਦੋਂ ਵੈਨ ਦਿਸ ਸਿਕਿਉਰਿਟੀ ਇਜ਼ ਥ੍ਰੈਟਨਡ। ਸੋ ਵਾਟ ਇਜ਼ ਫੂਡ ਸਿਕਿਉਰਿਟੀ? ਕੀ ਹੈ ਬੇਟਾ ਜੋ ਆਪਾਂ ਗੱਲ ਕਰ ਰਹੇ ਸੀਗੇ? ਫੂਡ ਸਿਕਿਉਰਿਟੀ ਕੀ ਹੈ ਬੇਟਾ? ਸੋ ਫੂਡ ਸਿਕਿਉਰਿਟੀ ਬਾਰੇ ਆਪਾਂ ਪੜ੍ਹਦੇ ਹਾਂ। ਫੂਡ ਇਜ਼ ਐਜ਼ ਅਸੈਂਸ਼ੀਅਲ ਫੋਰ ਲਿਵਿੰਗ ਐਜ਼ ਏਅਰ ਇਜ਼ ਫੋਰ ਬਰੀਥਿੰਗ। ਭੋਜਨ ਵੀ ਸਾਨੂੰ ਉਨਾ ਹੀ ਜ਼ਰੂਰੀ ਹੈ ਜਿਸ ਤਰੀਕੇ ਨਾਲ ਸਾਨੂੰ ਜਿਉਂਦੇ ਰਹਿਣ ਦੇ ਲਈ ਹਵਾ ਦੀ ਜ਼ਰੂਰਤ ਆ। ਬਟ ਫੂਡ ਸਿਕਿਉਰਿਟੀ ਮੀਨਸ ਸਮਥਿੰਗ ਮੋਰ ਦੈਨ ਗੈਟਿੰਗ ਟੂ ਸਕੇਅਰ ਮੀਲਸ। ਫੂਡ ਸਿਕਿਉਰਿਟੀ ਤੋਂ ਭਾਵ ਜਿਹੜਾ ਹੈਗਾ ਗਾ ਸਾਨੂੰ 2 ਟਾਈਮ ਦਾ ਜਿਹੜਾ ਖਾਣਾ ਗਾ, ਠੀਕ ਹੈ, ਉਹਦੇ 'ਤੇ ਗੱਲ ਕਰ ਰਹੇ ਹਾਂ ਆਪਾਂ। ਫੂਡ ਸਿਕਿਉਰਿਟੀ ਹੈਜ਼ ਫੋਲੋਇੰਗ ਡਾਇਮੈਂਸ਼ਨਸ। ਕੁਛ ਡਾਇਮੈਂਸ਼ਨਸ ਨੇ ਫੂਡ ਸਿਕਿਉਰਿਟੀ ਦੇ ਬਾਰੇ ਜਿਹੜੇ ਆਪਾਂ ਨੀਚੇ ਦਿੱਤੇ ਪੜ੍ਹਨੇ ਆ। ਸੋ ਸਭ ਤੋਂ ਪਹਿਲਾਂ ਕੀ ਹੈ? ਅਵੇਲੇਬਿਲਿਟੀ ਆਫ ਫੂਡ ਮੀਨਸ ਫੂਡ ਪ੍ਰੋਡਕਸ਼ਨ ਵਿਦ ਦੀ ਕੰਟਰੀ। ਜਿਹੜੀ ਭੋਜਨ ਦੀ ਅਵੇਲੇਬਿਲਿਟੀ ਆ, ਮੌਜੂਦਤਾ, ਉਸ ਤੋਂ ਕੀ ਭਾਵ ਆ ਬੇਟਾ ਜੀ? ਵੀ ਕਿੰਨੀ ਕੁ ਪ੍ਰੋਡਕਸ਼ਨ ਆ ਹੁੰਦੀ ਹੈ ਕੰਟਰੀ ਦੇ ਵਿੱਚ, ਫੂਡ ਇੰਪੋਰਟ ਕਿੰਨਾ ਕੀਤਾ ਜਾਂਦਾ, ਐਂਡ ਦੀ ਪ੍ਰੀਵੀਅਸ ਈਅਰ ਸਟਾਕ ਕਿੰਨਾ ਕੁ ਸੀਗਾ ਪਿਛਲੇ ਸਾਲ ਦੇ ਵਿੱਚ, ਸਟੋਰਡ ਇਨ ਗੌਰਮੈਂਟ ਜਿਹੜੀ ਗ੍ਰੈਨਰੀਜ਼, ਜਿਹੜੇ ਗੌਰਮੈਂਟ ਦੇ ਜਿਹੜੇ ਉਹ ਬਣੇ ਹੋਏ ਆ ਗੋਦਾਮ, ਉਹਨਾਂ ਦੇ ਵਿੱਚ ਕਿੰਨਾ ਕੁ ਜਿਹੜਾ ਭੋਜਨ ਦਾ ਸਟਾਕ ਕੀਤਾ ਹੋਇਆ। ਸਿਕਿਉਰਿਟੀ ਦੀ ਗੱਲ ਕਰ ਰਹੇ ਹਾਂ ਬੇਟਾ, ਫੂਡ ਸਿਕਿਉਰਿਟੀ ਦੀ ਆਪਾਂ। ਸੈਕੰਡ ਪੁਆਇੰਟ ਅਸੈਸਿਬਿਲਿਟੀ, ਦੀ ਪਹੁੰਚ। ਮੀਨਸ ਫੂਡ ਇਜ਼ ਵਿਦਇਨ ਰੀਚ ਟੂ ਐਵਰੀ ਪਰਸਨ। ਕਿਸ ਤਰੀਕੇ ਨਾਲ ਪਹੁੰਚਾਇਆ ਜਾ ਸਕਦਾ ਜਾਂ ਕਿੰਨਾ ਫੂਡ ਉਹਦੇ ਕੋਲ ਪਹੁੰਚ ਰਿਹਾ। ਥਰਡ ਅਫੋਰਡੇਬਿਲਿਟੀ, ਕਿੰਨੀ ਕੁ ਸਮਰੱਥਾ। ਇੰਪਲਾਈਜ਼ ਦੈਟ ਇੰਡੀਵਿਜੂਅਲ ਹੈਜ਼ ਇਨਫ ਮਨੀ ਟੂ ਬਾਈ ਸਫੀਸ਼ੈਂਟ ਸੇਫ ਐਂਡ ਨਿਊਟ੍ਰੀਸ਼ਨ ਫੂਡ ਟੂ ਮੀਟ ਵਨਸ ਡਾਇਟਰੀ ਨੀਡਸ। ਸੋ ਇੱਦਾਂ ਦੀ ਮਤਲਬ ਹਰ ਇੱਕ ਜਿਹੜੇ ਵਿਅਕਤੀ ਦੀ ਸਮਰੱਥਾ ਹੈਗੀ ਵੀ ਉਹ ਜਿਹੜਾ ਆਪਣੇ ਲਈ ਇੱਕ ਸਫੀਸ਼ੈਂਟ ਭੋਜਨ ਲੈ ਸਕੇ, ਸੇਫ ਔਰ ਸਾਫ ਸੁਥਰਾ ਅਤੇ ਨਿਊਟ੍ਰੀਸ਼ਨ ਵਾਲਾ ਭੋਜਨ ਆ ਜਿਹੜਾ ਉਹਨੂੰ ਮਿਲ ਸਕੇ। ਇਹ ਸਾਰੀ ਕੀ ਆ? ਜ਼ਰੂਰਤ ਹੈ। ਸੋ ਦਸ ਫੂਡ ਸਿਕਿਉਰਿਟੀ ਇਜ਼ ਐਨਸ਼ੋਰਡ ਇਨ ਕੰਟਰੀ ਓਨਲੀ ਇਫ, ਸਭ ਤੋਂ ਪਹਿਲਾਂ ਇਨਫ ਫੂਡ ਇਜ਼ ਅਵੇਲੇਬਲ ਫੋਰ ਆਲ ਦੀ ਪਰਸਨ। ਉਦੋਂ ਸਿਕਿਉਰਿਟੀ ਜਿਹੜੀ ਭੋਜਨ ਸੁਰੱਖਿਆ ਉਦੋਂ ਮੰਨੀ ਜਾ ਸਕਦੀ ਹੈ ਕੰਟਰੀ ਦੇ ਵਿੱਚ ਜਦੋਂ ਜਿਹੜੀ ਹੈਗੀ ਹੈਗੀ ਫੂਡ ਜਿਹੜਾ ਹੈਗਾ ਗਾ ਹਰ ਇੱਕ ਪਰਸਨ ਦੇ ਲਈ ਉਹ ਇਨਫ ਹੋਵੇ। ਆਲ ਪਰਸਨਸ ਹੈਵ ਦੀ ਕੈਪੈਸਿਟੀ ਟੂ ਬਾਈ ਫੂਡ ਆਫ ਅਸੈਪਟੇਬਲ ਕੁਆਲਿਟੀ। ਜਿਹੜੀ ਸਭ
ਜੋ ਲੋਕ ਨੇ ਉਹਨਾਂ ਦੇ ਕੋਲ ਜਿਹੜੀ ਹੈਗੀ ਆ ਸਮਰੱਥਾ ਹੋਣੀ ਚਾਹੀਦੀ ਆ ਇਹਦੀ ਭੋਜਨ ਨੂੰ ਖਰੀਦਣ ਦੀ। ਥਰਡ, ਦੇयर इज़ नो बैरियर ऑन एक्सेस टू फूड। जो पहुँच है भोजन के उत्ते कोई बंदश नहीं होना चाहिए। सो वाई फूड सिक्योरिटी क्यों चाहिए है? फूड सिक्योरिटी है की है? ये आप फूड सिक्योरिटी इनसिक्योरिटी करी जा रहे हैं, है की है बेटा जी? क्यों चाहिए अपन फूड सिक्योरिटी? दी पूरेस्ट सैक्शन ऑफ द सोसाइटी, जो गरीब वर्ग ने समाज के, माइट बी फूड इनसिक्योर, वो की है असुरक्षित होंगे भोजन तो मोस्ट ऑफ द टाइम। कदों? वाइल परसन above the poverty line might also be food insecure when the country face। ਕਦੋਂ ਬੇਟਾ ਜੀ? ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੇ ਇੱਦਾਂ ਦੇ ਹੁੰਦੇ ਆ ਉਹ ਇਨਸਿਕਿਓਰ ਹੁੰਦੇ ਆ, ਗਰੀਬ ਫੈਮਿਲੀਜ਼। ਉਹਦੇ ਨਾਲ ਦੇ ਨਾਲ ਜਿਹੜੇ ਵਧੀਆ ਲੋਕ ਨੇ, ਮਤਲਬ ਗਰੀਬੀ ਰੇਖਾ ਤੋਂ ਉੱਪਰ ਨੇ ਜਿਹੜੇ ਲੋਕ, ਉਹ ਵੀ ਇਨਸਿਕਿਓਰ ਹੁੰਦੇ ਆ ਭੋਜਨ ਦੇ ਵਿੱਚ, ਭੋਜਨ ਦੇ ਲਈ। ਉਹ ਕਾਰਨ ਕੀ ਹੈ ਬੇਟਾ? ਕਦੋਂ ਹੁੰਦੇ ਆ ਉਹਦੇ ਬਾਰੇ ਤੁਹਾਨੂੰ ਮੈਂ ਦੱਸਦਾ। ਉਹ ਬੇਟਾ ਜੀ ਨੈਸ਼ਨਲ ਡਾਈਜ਼ਾਸਟਰ ਕਦੋਂ ਹੁੰਦੇ ਆ? ਨੈਸ਼ਨਲ ਡਾਈਜ਼ਾਸਟਰ ਜੋ ਰਾਸ਼ਟਰੀ ਪੱਧਰ ਦੇ ਉੱਤੇ ਹੈਗਾ, ਡਾਈਜ਼ਾਸਟਰ ਹੋ ਜਾਂਦਾ ਕੋਈ ਵੀ, ਨੈਸ਼ਨਲ ਡਾਈਜ਼ਾਸਟਰ ਹੋ ਗਿਆ, ਕਲੈਮਿਟੀ ਹੋ ਗਿਆ, ਲਾਈਕ ਅਰਥਕੁਇਕ, ਡਰਾਊਟ। ਅਰਥਕੁਇਕ ਸਮਝਦੇ ਹੋ ਬੇਟਾ? ਅਰਥਕੁਇਕ ਮੀਨਸ ਜੋ ਭੂਚਾਲ ਆ ਜਾਂਦੇ ਆ, ਡਰਾਊਟ ਸੋਕਾ ਪੈ ਜਾਂਦਾ, ਫਲੱਡ ਆ ਜਾਂਦੇ ਆ, ਸੁਨਾਮੀ ਆ ਜਾਂਦੀ ਆ, ਵਾਈਡ ਸਪਰੈਡ ਫੇਲੀਅਰ ਆਫ ਕ੍ਰੌਪਸ ਕਾਜ਼ਿੰਗ ਫੈਮਾਈਨ। ਤਾਂ ਬਹੁਤ ਸਾਰੇ ਕੀ ਹੁੰਦਾ ਗਾ, ਦੂਰ ਤੱਕ ਜਿਹੜਾ ਹੈਗਾ ਗਾ ਉਹ ਜੋ ਫਸਲਾਂ ਨੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਬੇਟਾ, ਕਾਲ ਪੈ ਜਾਂਦਾ ਗਾ, ਠੀਕ ਹੈ। ਸੋ ਹੋਰ ਵੀ ਬਹੁਤ ਸਾਰੇ ਕਾਰਨ ਨੇ ਕਿ ਜਿਸ ਕਰਕੇ ਕੀ ਆ ਫੂਡ ਇਨਸਿਕਿਉਰਿਟੀ ਆ ਜਾਂਦੀ ਆ। ਸੋ ਹਾਊ ਇਜ਼ ਫੂਡ ਸਿਕਿਉਰਿਟੀ ਅਫੈਕਟਡ ਡਿਊਰਿੰਗ ਅ ਕਲੈਮਿਟੀ? ਕਲੈਮਿਟੀ ਦੇ ਦੌਰਾਨ ਜਿਹੜੀ ਫੂਡ ਸਿਕਿਉਰਿਟੀ ਹੈ ਬੇਟਾ ਕਿਸ ਤਰੀਕੇ ਨਾਲ ਇਫੈਕਟ ਕਰਦੀ ਆ, ਆਪਾਂ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੇਖਦੇ ਹਾਂ। ਸੋ ਡਿਊ ਟੂ ਆ ਨੈਚੁਰਲ ਕਲੈਮਿਟੀ, ਜਿਹੜੀ ਕੁਦਰਤੀ ਤੌਰ 'ਤੇ ਕਲੈਮਿਟੀ ਆ ਜਾਂਦੀ ਹੈ ਬੇਟਾ, ਉਹਦੇ ਕਰਕੇ ਜਿਹੜਾ ਆਪਾਂ ਨੂੰ, ਜਿਵੇਂ ਜਿਹਨੂੰ ਆਪਾਂ ਡਰਾਊਟ ਸੋਕਾ ਬੋਲਦੇ ਹਾਂ, ਟੋਟਲ ਪ੍ਰੋਡਕਸ਼ਨ ਆਫ ਫੂਡ ਗ੍ਰੇਨਸ ਡਿਕਰੀਜ਼। ਜਦੋਂ ਜਿਹੜੀ ਭੋਜਨ ਦੀ ਜਿਹੜੀ ਹੈਗੀ ਆ ਕਮੀ ਆ ਜਾਂਦੀ ਹੈ ਪ੍ਰੋਡਕਸ਼ਨ ਦੇ ਵਿੱਚ, ਇਟ ਕ੍ਰੀਏਟਸ ਅ ਸ਼ਾਰਟੇਜ ਆਫ ਫੂਡ ਇਨ ਦੀ ਅਫੈਕਟਡ ਏਰੀਆ। ਤਾਂ ਉੱਥੇ ਕੀ ਹੁੰਦਾ ਗਾ ਕਿ ਜਿਹੜੇ ਅਫੈਕਟਡ ਏਰੀਆਜ਼ ਨੇ ਉਹਨਾਂ ਦੇ ਵਿੱਚ ਕੀ ਆ ਜਾਂਦਾ ਗਾ, ਸ਼ਾਰਟੇਜ ਆ ਜਾਂਦੀ ਹੈ ਫੂਡ ਦੀ। ਜਿਹੜੀ ਪੈਦਾਵਾਰ ਆ ਜਾਂ ਭੋਜਨ ਦੀ ਪਹੁੰਚ ਹੈ ਜਾਂ ਭੋਜਨ ਦੇ ਵਿੱਚ ਕਮੀ, ਉਹ ਏਰੀਆ ਦੇ ਵਿੱਚ ਕਮੀ ਹੋ ਜਾਂਦੀ, ਜਿਹਨੂੰ ਅਸੀਂ ਕੀ ਕਹਿੰਦੇ ਬੇਟਾ? ਇਨਸਿਕਿਉਰਿਟੀ, ਫੂਡ ਇਨਸਿਕਿਉਰਿਟੀ। ਡਿਊ ਟੂ ਅ ਸ਼ਾਰਟੇਜ ਆਫ ਫੂਡ ਦੀ ਪ੍ਰਾਈਸ ਗੋਜ਼ ਅਪ। ਕੀ ਹੁੰਦਾ ਗਾ ਜਦੋਂ ਕਿਸੇ ਚੀਜ਼ ਦੀ ਬੇਟਾ ਕਮੀ ਆਉਂਦੀ ਆ, ਹਮੇਸ਼ਾ ਦੇਖਦੇ ਆ ਆਪਾਂ ਵੈਸੇ ਵੀ, ਜਦੋਂ ਕਿਸੇ ਚੀਜ਼ ਦੀ ਕਮੀ ਆਉਂਦੀ ਆ ਜਿਹੜੇ ਪ੍ਰਾਈਜ਼ ਨੇ ਉਹ ਕੀ ਆ, ਗੋਜ਼ ਅਪ, ਉੱਪਰ ਤੱਕ ਚਲੇ ਜਾਂਦੇ ਆ, ਠੀਕ ਹੈ ਜੀ। ਐਟ ਦੀ ਹਾਈ ਪ੍ਰਾਈਸ ਸਮ ਪੀਪਲ ਕੈਨ ਨਾਟ ਅਫੋਰਡ ਟੂ ਬਾਏ। ਉਹਨਾਂ ਕੋਲ ਉਨੀ ਸਮਰੱਥਾ ਨਹੀਂ ਹੁੰਦੀ ਭੋਜਨ ਖਰੀਦਣ ਦੀ ਜਦੋਂ ਜ਼ਿਆਦਾ ਰੇਟ ਵੱਧ ਜਾਂਦੇ ਆ। ਇਫ ਸੱਚ ਕਲੈਮਿਟੀ ਹੈਪਨ ਇਨ ਅ ਵੈਰੀ ਵਾਈਡ ਸਪਰੈਡ ਏਰੀਆ, ਜੇਕਰ ਇੱਦਾਂ ਦੀ ਜਿਹੜੀ ਆਫਤ ਹੈ ਜਾਂ ਕੋਈ ਵੀ ਬੇਟਾ ਕਲੈਮਿਟੀ ਵਾਪਰਦੀ ਹੈ ਸਪਰੈਡ ਏਰੀਆ ਦੇ ਵਿੱਚ, ਬਹੁਤ ਵੱਡੇ ਏਰੀਏ ਦੇ ਵਿੱਚ, ਔਰ ਇਜ਼ ਸਟ੍ਰੈਚਡ ਓਵਰ ਅ ਲੌਂਗਰ ਟਾਈਮ ਪੀਰੀਅਡ, ਔਰ ਬਹੁਤ ਲੰਮਾ ਸਮਾਂ ਇਹ ਚੱਲਦੀ ਰਹਿੰਦੀ ਹੈ, ਤਾਂ ਕੀ ਹੁੰਦਾ ਗਾ, ਇਜ਼ ਸਟ੍ਰੈਚਡ ਓਵਰ ਲੌਂਗਰ ਟਾਈਮ ਪੀਰੀਅਡ, ਇਟ ਮੇ ਕਾਜ਼ ਅ ਸਿਚੁਏਸ਼ਨ ਆਫ ਸਟਾਰਵੇਸ਼ਨ। ਤਾਂ ਉਸ ਟਾਈਮ ਕੀ ਹੁੰਦਾ, ਸਟਾਰਵੇਸ਼ਨ ਦੀ ਜਿਹੜੀ ਸਿਚੁਏਸ਼ਨ ਆ, ਭੁੱਖਮਰੀ ਦੀ ਜਿਹੜੀ ਸਮੱਸਿਆ ਬੇਟਾ ਉਹ ਪੈਦਾ ਹੋ ਜਾਂਦੀ ਆ। ਐ ਮੈਸਿਵ ਸਟਾਰਵੇਸ਼ਨ ਮਾਈਟ ਟੇਕ ਅ ਟਰਨ ਆਫ ਫੈਮਾਈਨ। ਤਾਂ ਇੱਦਾਂ ਦੀ ਜਿਹੜੀ ਵੱਡੇ ਪੱਧਰ ਦੇ ਲੋਕਾਂ ਦੀ ਜਿਹੜੀ ਭੁੱਖਮਰੀ ਆ ਉਹ ਕੀ ਆ, ਇਹਦੇ ਵਿੱਚ ਅਕਾਲ ਦੇ ਵਿੱਚ ਅਤੇ ਭੁੱਖਮਰੀ ਦੇ ਵਿੱਚ ਕੀ ਆ ਜਿਹੜੀ ਬਦਲ ਜਾਂਦੀ ਹੈ। ਅ ਫੈਮਾਈਨ ਇਜ਼ ਅ ਕਰੈਕਟਰਾਈਜ਼ਡ ਬਾਏ ਅ ਵਾਈਡ ਸਪਰੈਡ ਡੈਥ ਡਿਊ ਟੂ ਸਟਾਰਵੇਸ਼ਨ। ਫੈਮਾਈਨ ਦੇ ਕਾਰਨ ਕੀ ਹੁੰਦਾ ਗਾ ਬੇਟਾ, ਵੱਡੇ ਪੱਧਰ ਦੇ ਉੱਤੇ ਜਿਹੜੀ ਹੈਗੀ ਆ ਭੁੱਖਮਰੀ ਹੁੰਦੀ ਹੈ ਬੇਟਾ ਜੀ। ਸੋ ਐਪੀਡੈਮਿਕ ਕਾਜ਼ਸ ਬਾਏ ਫੋਰਸਡ ਯੂਜ਼ ਟੂ ਕੰਟੇਨਮੈਂਟਡ ਵਾਟਰ, ਔਰ ਜਿਹੜਾ ਹੈ ਠੀਕ ਹੈ ਕੰਟੈਮੀਨੇਟਡ ਵਾਟਰ ਬੇਟਾ ਜਿਹੜਾ ਹੈਗਾ ਗੰਦਾ ਪਾਣੀ ਆ, ਉਹਦੇ ਕਰਕੇ, ਜਾਂ ਫਿਰ ਐਪੀਡੈਮਿਕ ਕਾਜ਼ਸ ਹੁੰਦੇ ਆ ਬਹੁਤ ਸਾਰੀਆਂ ਜਿਹੜੀ ਬਿਮਾਰੀਆਂ ਨੇ ਉਹਨਾਂ ਕਰਕੇ
ਚੱਲਦੇ ਨੇ ਐਪੀਡੈਮਿਕ ਡਿਸੀਜ਼ਸ। ਸੋ ਔਰ ਡਿਕੇਇੰਗ ਫੂਡ ਔਰ ਲਾਸ ਆਫ ਬੋਡੀ ਸਿਸਟਮ ਡਿਊ ਟੂ ਵੀਕਨਿੰਗ ਫਰੋਮ ਸਟਾਰਵੇਸ਼ਨ। ਭੁੱਖਮਰੀ ਦੇ ਕਾਰਨ ਕੀ ਹੁੰਦਾ, ਬੋਡੀ ਦੇ ਵਿੱਚ ਜਿਹੜੀ ਰੈਸਿਸਟੈਂਸ ਆ ਉਹ ਵੀਕਨੈਸ ਆ ਜਾਂਦੀ ਹੈ ਬੇਟਾ, ਜਿਸ ਕਰਕੇ ਕੀ ਆ ਬਹੁਤ ਸਾਰੀ ਲੋਕ ਆਪਣੀ ਜਾਨ ਗਵਾ ਬੈਂਦੇ ਨੇ। ਦੀ ਮੋਸਟ devastating famine that occurred in India was the famine of Bengal in 1943 ਦੇ ਵਿੱਚ ਬੇਟਾ। ਇੱਕ 1943 ਦੇ ਵਿੱਚ ਇੱਕ ਜਿਹੜਾ ਹੈਗਾ ਸੀ ਅਕਾਲ ਪਿਆ ਸੀ ਬੇਟਾ ਜੀ ਬੰਗਾਲ ਦੇ ਵਿੱਚ। ਕੀ ਸੀਗਾ, ਦਿਸ ਫੈਮਾਈਨ ਕਿਲਡ 30 ਲੱਖ ਲੋਕਾਂ ਦੀ ਜਿਹੜੀ ਜਾਨ ਸੀਗੀ ਉਦੋਂ ਇਹ ਇਲਾਕੇ ਦੇ ਵਿੱਚ ਬੰਗਾਲ ਦੇ ਵਿੱਚ ਚਲੀ ਗਈ ਸੀਗੀ। ਬਹੁਤ ਵੱਡੇ ਪੱਧਰ ਦੇ ਉੱਤੇ ਬੇਟਾ ਜਿਹੜੀ ਹੈਗੀ ਸੀਗੀ ਇਹ ਭੁੱਖਮਰੀ ਆਈ ਸੀ। ਸੋ ਜੋ ਇਹਦੇ ਨਾਲ ਆਪਾਂ ਪ੍ਰੋਡਕਸ਼ਨ ਦੇਖਦੇ ਹਾਂ ਬੇਟਾ, ਉਸ ਟਾਈਮ ਦੇ ਵਿੱਚ ਜਿਹੜਾ ਆਪਣੇ ਕੋਲ ਟੇਬਲ ਦਿੱਤਾ ਹੋਇਆ ਹੈਗਾ। ਸੋ ਫਸਟ ਕੀ ਹੈ, ਈਅਰ ਦਿੱਤਾ ਹੋਇਆ। ਨੈਕਸਟ ਬੇਟਾ ਪ੍ਰੋਡਕਸ਼ਨ ਜੋ ਲੱਖ ਟਨਸ ਦੇ ਵਿੱਚ ਦਿੱਤੀ ਹੋਈ ਹੈ। ਇੰਪੋਰਟ ਕਿੰਨਾ ਹੋਇਆ ਸੀ, ਐਕਸਪੋਰਟ ਕਿੰਨਾ ਹੋਇਆ ਸੀ, ਟੋਟਲ ਅਵੇਲੇਬਿਲਿਟੀ ਕਿੰਨੀ ਸੀ। 1938 ਦੇ ਵਿੱਚ ਬੇਟਾ ਤੁਸੀਂ ਦੇਖੋ ਤੁਹਾਡੇ ਕੋਲ ਜਿਹੜੀ ਪ੍ਰੋਡਕਸ਼ਨ ਸੀ ਉਹ 85 ਲੱਖ ਟਨ ਸੀਗੇ। ਸੋ ਜਿਹੜਾ ਇੰਪੋਰਟ ਸੀਗਾ ਬੇਟਾ ਉਹ ਬਿਲਕੁਲ ਨਹੀਂ, ਐਕਸਪੋਰਟ ਵੀ ਨਹੀਂ, ਤਾਂ ਟੋਟਲ ਆਪਣੇ ਕੋਲ ਇੰਨੀ ਅਵੇਲੇਬਿਲਿਟੀ ਸੀਗੀ। ਸੋ ਆਪਾਂ 43 ਦੇ ਅਕੋਰਡਿੰਗ ਦੇਖਦੇ ਹਾਂ ਬੇਟਾ, ਕਿਉਂਕਿ 43 ਦੇ ਵਿੱਚ ਫੈਮਾਈਨ ਹੋਈ ਸੀ ਬੰਗਾਲ ਦੇ ਵਿੱਚ, ਇਸ ਕਰਕੇ ਜਿਹੜਾ ਟੇਬਲ ਹੈ ਇਹਨੂੰ ਆਪਣਾ ਦੇਖ ਰਹੇ ਹਾਂਗੇ। ਇਹਦੇ ਪਿੱਛੇ ਵੀ ਅੱਗੇ ਰੀਜ਼ਨ ਆ ਬੇਟਾ ਆਪਾਂ ਪੜ੍ਹਾਂਗੇ, ਇਸ ਕਰਕੇ ਇਹਨੂੰ ਧਿਆਨ ਨਾਲ ਦੇਖੋ। 1939 ਦੇ ਵਿੱਚ 79 ਜਿਹੜੀ ਪ੍ਰੋਡਕਸ਼ਨ ਸੀਗੀ ਲੱਖ ਟਨ। ਇੰਪੋਰਟ ਕੀਤਾ ਗਿਆ ਸੀਗਾ 04 ਔਰ ਐਕਸਪੋਰਟ ਸੀਗਾ ਜਿਹੜਾ ਬੇਟਾ ਉਹ ਕੁਛ ਨਹੀਂ ਸੀਗਾ। ਤਾਂ ਟੋਟਲ ਆਪਣੇ ਕੋਲ ਕਿੰਨੀ ਸੀਗੀ 83। ਇੰਪੋਰਟ ਔਰ ਐਕਸਪੋਰਟ ਬੇਟਾ ਤੁਹਾਨੂੰ ਪਤਾ ਹੋਣਾ ਚਾਹੀਦਾ, ਦੱਸ ਵੀ ਦੇਵਾਂ। ਇੰਪੋਰਟ ਬੇਟਾ ਜੋ ਵੀ ਆਪਾਂ ਫੋਰਨ ਕੰਟਰੀ ਜਾਂ ਬਾਹਰੋਂ ਮੰਗਵਾਉਣਾ, ਠੀਕ ਹੈ। ਐਕਸਪੋਰਟ ਬੇਟਾ ਜੋ ਆਪਾਂ ਭੇਜਦੇ ਹਾਂ ਉਹ ਕਰਨਾ, ਠੀਕ ਹੈ। ਸੋ ਆਪਣੇ ਕੋਲ 1940 ਦੇ ਵਿੱਚ 82 ਲੱਖ ਟਨ ਜਿਹੜੀ ਹੈਗੀ ਪ੍ਰੋਡਕਸ਼ਨ ਸੀਗੀ। ਇੰਪੋਰਟ ਕੀਤਾ ਬੇਟਾ ਆਪਾਂ ਨੇ ਬਾਹਰੋਂ 3 ਲੱਖ ਟਨ, ਤਾਂ ਟੋਟਲ ਆਪਣੇ ਕੋਲ 85 ਲੱਖ ਟਨ ਜਿਹੜੀ ਅਵੇਲੇਬਿਲਿਟੀ ਸੀ। 1941 ਦੇ ਵਿੱਚ 68, ਇੰਪੋਰਟ 2 ਤਾਂ 70 ਅਵੇਲੇਬਿਲਿਟੀ ਹੋ ਗਈ। 1942 ਦੇ ਵਿੱਚ 93 ਲੱਖ ਟਨ ਪ੍ਰੋਡਕਸ਼ਨ ਸੀਗੀ ਬੇਟਾ, ਬਾਹਰੋਂ ਆਪਾਂ ਨੇ ਕੁਛ ਇੰਪੋਰਟ ਕੁਛ ਵੀ ਨਹੀਂ ਕਰਵਾਇਆ। ਸੋ ਐਕਸਪੋਰਟ ਕੀਤਾ 01 ਲੱਖ ਟਨ, ਤਾਂ 92 ਲੱਖ ਟਨ ਆਪਣੇ ਕੋਲ ਫਿਰ ਵੀ ਅਵੇਲੇਬਿਲਿਟੀ ਸੀਗੀ ਫੂਡ ਦੀ। ਸੋ 1943 ਦੇ ਵਿੱਚ 76 ਲੱਖ ਟਨ ਪ੍ਰੋਡਕਸ਼ਨ ਸੀ ਬੇਟਾ। ਕਾਹਦੀ ਪ੍ਰੋਡਕਸ਼ਨ ਸੀ ਇਹ, ਰਾਈਸ ਦੀ। ਸੋ ਟੇਬਲ ਦੇ ਉੱਤੇ ਆਪਾਂ ਦੇਖ ਰਹੇ ਹਾਂ ਉਹਦੇ ਕਲੀਅਰ ਪ੍ਰੋਡਕਸ਼ਨ ਆਫ ਰਾਈਸ ਜਿਹੜੀ ਆਪਾਂ ਨੂੰ ਦਿੱਤਾ ਹੋਇਆ, ਆਪਾਂ ਜਿਹੜੀ ਗੱਲ ਕਰ ਰਹੇ ਹਾਂ ਬੇਟਾ ਰਾਈਸ ਦੀ ਗੱਲ ਕਰ ਰਹੇ ਹਾਂ। ਸੋ ਇਹਦੇ ਵਿੱਚ ਤੁਸੀਂ ਦੇਖ ਲਓ ਆਹ ਵਾਲਾ, ਠੀਕ ਹੈ, ਪ੍ਰੋਡਕਸ਼ਨ ਆਫ ਰਾਈਸ ਇਨ ਦੀ ਪ੍ਰੋਵਿੰਸ ਆਫ ਬੰਗਾਲ ਦੀ ਗੱਲ ਕਰ ਰਹੇ ਹਾਂ। 1943 ਦੇ ਵਿੱਚ ਕੀ ਹੋਇਆ ਬੇਟਾ, 76 ਲੱਖ ਟਨ ਬੰਗਾਲ ਦੇ ਵਿੱਚ ਪ੍ਰੋਡਕਸ਼ਨ ਸੀਗੀ। 03 ਇੰਪੋਰਟ ਕੀਤਾ ਆਪਾਂ ਨੇ, ਬਾਹਰ ਭੇਜਿਆ, ਸੌਰੀ ਮੰਗਵਾਇਆ ਬਾਹਰੋਂ। ਸੋ ਐਕਸਪੋਰਟ ਬੇਟਾ ਆਪਾਂ ਨੇ ਕੁਛ ਵੀ ਨਹੀਂ ਕੀਤਾ। ਸੋ ਆਪਣੇ ਕੋਲ ਟੋਟਲ ਕਿੰਨਾ ਹੋ ਗਿਆ 79 ਲੱਖ ਟਨ ਪ੍ਰੋਡਕਸ਼ਨ ਸੀ ਉਸ ਟਾਈਮ ਦੇ ਵਿੱਚ, ਟੋਟਲ ਅਵੇਲੇਬਿਲਿਟੀ ਜੋ ਆਪਣੇ ਕੋਲ ਹੈਗੀ ਸੀ। ਬਟ ਕੀ ਕਿਹਾ ਜਾਂਦਾ ਬੇਟਾ ਵੀ ਕੁਛ ਗੱਲਾਂ ਜਿਹੜੀਆਂ ਆਉਂਦੀਆਂ ਵੀ ਜੋ ਬੰਗਾਲ ਦੇ ਵਿੱਚ 1943 ਦੇ ਵਿੱਚ ਫੈਮਾਈਨ ਆਈ ਸੀਗੀ ਉਹ ਕਾਹਦੇ ਕਰਕੇ ਆਈ ਸੀ, ਕਹਿਣ ਦੇ ਵਿੱਚ ਆ ਵੀ ਸ਼ਾਰਟੇਜ ਆਫ ਰਾਈਸ। ਹੁਣ ਬੇਟਾ ਆਪਣੇ ਕੋਲ ਡਿਸਕਸ ਕਰਨ ਲਈ, ਸਮ ਪੀਪਲ ਸੇ ਦੈਟ ਦੀ ਬੰਗਾਲ ਫੈਮਿਨ ਹੈਪਨ ਬਿਕੋਜ਼ ਦੇਅਰ ਵਾਜ਼ ਅ ਸ਼ਾਰਟੇਜ ਆਫ ਰਾਈਸ। ਕੀ ਲੱਗਦਾ ਬੇਟਾ ਤੁਹਾਨੂੰ 1943 ਦੇ ਵਿੱਚ ਸ਼ਾਰਟੇਜ ਸੀ ਫੂਡ ਜੋ ਰਾਈਸ ਦੀ? ਸਟੱਡੀ ਦੀ ਟੇਬਲ ਐਂਡ ਫਾਈਂਡ ਆਊਟ ਵੈਦਰ ਯੂ ਅਗਰੀ ਵਿਦ ਦੀ ਸਟੇਟਮੈਂਟ। ਹੁਣ ਤੁਸੀਂ ਇਹ ਟੇਬਲ ਨੂੰ ਦੇਖੋਗੇ ਬੇਟਾ, ਤੁਸੀਂ ਇਸ ਸਟੇਟਮੈਂਟ ਨਾਲ ਐਗਰੀ ਕਰਦੇ ਹੋ ਵੀ ਹਾਂ 1943 ਦੇ ਵਿੱਚ ਆਪਣੇ ਕੋਲ ਸ਼ਾਰਟੇਜ ਹੈਗੀ ਸੀ। ਕਿਉਂਕਿ 1941 ਦੇ ਵਿੱਚ ਆਪਾਂ ਦੇਖੀਏ ਤਾਂ ਆਪਣੇ ਕੋਲ ਉਸ ਟਾਈਮ 70 ਪ੍ਰੋਡਕਸ਼ਨ ਸੀ ਓਨਲੀ ਟੋਟਲ ਅਵੇਲੇਬਿਲਿਟੀ। ਸੋ 1943 ਦੇ ਵਿੱਚ 79 ਸੀ, ਉਸ ਤੋਂ ਜ਼ਿਆਦਾ ਸੀ। 1941 ਦੇ ਵਿੱਚ ਜਦੋਂ ਇੱਦਾਂ ਨਹੀਂ ਹੋਇਆ ਤਾਂ ਉਹਦੇ ਪਿੱਛੇ ਹੋਰ ਵੀ ਬੇਟਾ ਬਹੁਤ ਸਾਰੇ ਕਾਰਨ ਸੀ ਜਿਹੜੀ 1943 ਦੇ ਵਿੱਚ ਬੰਗਾਲ ਫੈਮਿਨਨ ਹੋਇਆ ਗਾ। ਸੋ ਸੈਕੰਡ ਪੁਆਇੰਟ ਬੇਟਾ, ਆਪਾਂ ਸੈਕੰਡ ਪੁਆਇੰਟ ਦੀ ਗੱਲ ਕਰਦੇ ਹਾਂ ਇਹਦੇ ਵਾਲੇ ਦੀ, ਵਿਚ ਈਅਰ ਸ਼ੋ ਦੀ ਡਰੈਸਟਿਕ ਡਿਕਲਾਈਨ ਇਨ ਦੀ ਫੂਡ ਅਵੇਲੇਬਿਲਿਟੀ। ਇਹ ਤੁਸੀਂ ਬੇਟਾ ਕਰਨੇ ਆਗੇ ਐਕਸਰਸਾਈਜ਼ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਬੇਟਾ ਪਿਕਚਰਸ ਨੂੰ ਦੋਨੋਂ ਧਿਆਨ ਨਾਲ ਦੇਖਣਾ ਗਾ, ਠੀਕ ਹੈ ਜੀ। ਸੋ
ਨੈਕਸਟ ਜਿਹੜਾ ਹੈਗਾ ਟੌਪਿਕ ਬੇਟਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਦੇ ਹਾਂ।